ਲੜੀਵਾਰ ਕਥਾ ਰਾਗ ਧਨਾਸਰੀ ਵਿੱਚ 682 ਅੰਗ ਤੇ ਇਸੇ ਅੰਗ ਤੇ ਚੱਲ ਰਹੀ ਜਿੱਥੇ ਅੱਜ ਦਾ ਹੁਕਮਨਾਮਾ ਆਇਆ ਹੈ। ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਮੰਗੋ ਰਾਮ ਤੇ ਸਭ ਥੋਕ। ਰਾਗ ਧਨਾਸਰੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਇਹ ਪਵਿੱਤਰ ਸ਼ਬਦ ਉਚਾਰਨ ਕਰਦੇ ਨੇ। ਮੈਂ ਆਪਣੇ ਰਾਮ ਤੋਂ ਸਾਰੇ ਥੋਕ। ਥੋਕ ਦਾ ਮਤਲਬ ਹੈ ਜੋ ਮੇਰੀਆਂ ਜ਼ਰੂਰਤਾਂ ਨੇ, ਜੋ ਮੇਰੀਆਂ ਲੋੜਾਂ ਨੇ, ਜੋ ਮੈਨੂੰ ਚਾਹੀਦਾ ਹੈ, ਉਹ ਮੈਂ ਆਪਣੇ ਰਾਮ ਤੋਂ ਮੰਗਦਾ। ਬੰਦਿਆਂ ਕੋਲੋਂ ਕਿਉਂ ਮੰਗਾ? ਮੜੀਆਂ ਕਬਰਾਂ ਕੋਲੋਂ ਕਿਉਂ ਜਾ ਕੇ ਮੰਗਾ? ਮੈਂ ਤਾਂ ਆਪਣੇ ਸੁਆਮੀ ਕੋਲੋਂ ਮੰਗਾ, ਆਪਣੇ ਮਾਲਕ ਕੋਲੋਂ ਮੰਗਾ। ਮਹਾਰਾਜਾ ਰਣਜੀਤ ਸਿੰਘ ਜੀ ਆਏ ਦਰਬਾਰ ਸਾਹਿਬ, ਉੱਥੋਂ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਕਹਿੰਦੇ ਮਿਲਣ ਜਾਣਾ ਹੈ ਉਹਦਾ। ਘਰ ਗਏ ਤੇ ਮਿੱਟੀ ਦੇ ਤਵੇ ਤੇ ਰੋਟੀਆਂ ਪਕਾਉਂਦੇ। ਘਰ 'ਚ ਗਰੀਬੀ ਵੇਖ ਕੇ ਰਣਜੀਤ ਸਿੰਘ ਜੀ ਕਹਿੰਦੇ ਸਿੰਘ ਸਾਹਿਬ ਕੁਝ ਮੰਗੋ, ਕੀ ਚਾਹੀਦਾ? ਕੋਈ ਰਾਜ ਭਾਗ ਦੇ ਦਿਆਂ, ਕੋਈ ਰਿਆਸਤ ਦੇ ਦਿਆਂ, ਕੋਈ ਜਗੀਰ ਦੇ ਦਿਆਂ। ਆਖਿਆ ਰਣਜੀਤ ਸਿੰਘ ਚਲਾ ਜਾ, ਤੇਰੇ ਕੋਲੋਂ ਕਿਉਂ ਮੰਗਾ? ਜਿਹਨੇ ਤੈਨੂੰ ਪਾਤਸ਼ਾਹੀ ਦਿੱਤੀ ਹੈ ਮੈਂ ਉਹਦੇ ਕੋਲੋਂ ਨਹੀਂ ਮੰਗ ਸਕਦਾ। ਜਿਹਨੇ ਤੈਨੂੰ ਰਾਜਾ ਬਣਾਇਆ ਮੈਂ ਗੁਰੂ ਰਾਮਦਾਸ ਕੋਲੋਂ ਮੰਗਾਂਗਾ, ਤੇਰੇ ਕੋਲੋਂ ਕਿਉਂ ਮੰਗਾ? ਇਹ ਸਿੱਖ ਦੀ ਵਿਰਤੀ। ਮੈਂ ਆਪਣੇ ਰਾਮ ਤੋਂ ਦਾਨ ਮੰਗਦਾ, ਜੋ ਮੈਨੂੰ ਚਾਹੀਦਾ ਮੈਂ ਆਪਣੇ ਮਾਲਕ ਕੋਲੋਂ ਮੰਗਦਾ। ਕਿੱਥੇ ਜਾਵਾਂ? ਮੇਰੇ ਮਾਲਕ ਬਿਨਾ, ਮੇਰੇ ਸੁਆਮੀ ਬਿਨਾ ਮੇਰਾ ਕੌਣ ਹੈ? ਮੈਨੂੰ ਨਿਕੰਮੇ ਨੂੰ ਤਾਂ ਕੋਈ ਵੀ ਕਿਸੇ ਵੀ ਕੰਮ ਨਾ ਲਾਵੇ, ਕਿਸੇ ਵੀ ਕਾਰ ਨਾ ਲਾਵੇ। ਇਹ ਤਾਂ ਮੇਰੇ ਸੁਆਮੀ ਨੇ, ਮੇਰੇ ਮਾਲਕ ਨੇ ਮੇਰੇ ਤੇ ਤਰਸ ਕੀਤਾ, ਮੈਨੂੰ ਮੂਰਖ ਨੂੰ ਆਪਣੀ ਕਾਰੇ ਲਾਇਆ ਹੋਇਆ। ਤੇ ਮੈਂ ਜੋ ਮੰਗਾਂਗਾ ਆਪਣੇ ਸੁਆਮੀ ਕੋਲੋਂ ਮੰਗਾਂ। ਮੈਨੂੰ ਜੋ ਚਾਹੀਦਾ ਉਹ ਮੈਂ ਆਪਣੇ ਮਾਲਕ ਕੋਲੋਂ ਮੰਗਾ, ਰਾਮ ਤੋਂ ਮੰਗਾਂਗਾ। ਮਾਨੁਖ ਕੋ ਜਾਤ ਚਿਤ ਸ਼ਰਮ ਪਾਈਐ, ਪ੍ਰਭ ਕੈ ਸਿਮਰਨ ਮੋਖ। ਮਾਨੁਖ ਕੋ ਜਾਚਤ, ਕਿਸੇ ਬੰਦੇ ਕੋਲੋਂ ਮੰਗਾਂਗੇ, ਬੰਦਿਆਂ ਕੋਲੋਂ ਮੰਗਾਂਗੇ ਤਾਂ ਬੰਦਿਆਂ ਕੋਲੋਂ ਮੰਗ ਕੇ ਸ਼ਰਮ ਪਾਈਐ, ਕੇਵਲ ਥਕੇਵਾਂ ਹੀ ਪ੍ਰਾਪਤ ਹੋਣਾ ਹੈ। ਖੇਚੜਾ ਹੀ ਹੋਣੀ ਹੈ, ਮਿਲਣਾ ਕੱਖ ਨਹੀਂ ਜੇ, ਪ੍ਰਾਪਤ ਕੁਝ ਨਹੀਂ ਜੇ ਹੋਣਾ। ਉਹ ਬੰਦੇ ਕੀ ਕਿਸੇ ਨੂੰ ਦੇ ਸਕਣਗੇ ਜਿਹੜੇ ਆਪ ਉਸ ਦਾਤੇ ਦੇ ਦਰ ਦੇ ਭਿਖਾਰੀ ਹੋਣ। ਉਹ ਜਿਵੇਂ ਕਹਾਵਤ ਹੈ ਨਾ ਵੀ ਆਪ ਨਾ ਜੋਗੀ ਤੇ ਗੁਆਂਢ ਵੀ ਬੜਾਵਾਂ, ਵੀ ਜਿਹੜੇ ਆਪ ਆਪਣੇ ਜੋਗ ਨਹੀਂ ਉਹ ਕਿਸੇ ਦੂਜੇ ਦੀ ਕੀ ਪੂਰਤੀ ਕਰਨਗੇ? ਉਹ ਕਿਸੇ ਦੂਜੇ ਦਾ ਕੀ ਘਰ ਭਰਦੇ? ਜੋ ਆਪ ਉਸ ਦਾਤੇ ਵੱਲ ਨਿਗਾਹ ਲਾਈ ਬੈਠੇ ਨੇ। ਕਹਿੰਦੇ ਬੰਦਿਆਂ ਕੋਲੋਂ ਮੰਗਦਿਆਂ ਕੇਵਲ ਥਕੇਵਾਂ ਹੀ ਪ੍ਰਾਪਤ ਹੋਣਾ। ਸ਼ਰਮ ਦਾ ਮਤਲਬ ਹੁੰਦਾ ਇੱਥੇ ਥਕੇਵਾਂ। ਤੁਰ ਕੇ ਜਾਓਗੇ ਉਹਦੇ ਕੋਲ, ਫਿਰ ਜਾ ਕੇ ਮੰਗੋਗੇ ਤੇ ਮੰਗ ਕੇ ਫਿਰ ਥਕੇਵਾਂ ਹੀ ਪ੍ਰਾਪਤ ਹੋਣਾ। ਇਸ ਕਰਕੇ ਬੰਦਿਆਂ ਕੋਲੋਂ ਨਹੀਂ ਮੰਗਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮੈਂ ਬੜਾ ਹੈਰਾਨ ਹਾਂ ਕਿ ਕਦੇ ਮੈਂ ਇੱਕ ਪਸ਼ੂ ਨੂੰ ਦੂਸਰੇ ਪਸ਼ੂ ਤੋਂ ਮੰਗਦਿਆਂ ਨਹੀਂ ਵੇਖਿਆ। ਆਪਾਂ ਵੀ ਵੇਖਦੇ ਹਾਂ ਵੀ ਕਦੇ ਕੋਈ ਪਸ਼ੂ ਦੂਜੇ ਪਸ਼ੂ ਕੋਲ ਮੰਗਦਾ ਵੇਖਿਆ? ਜਾਂ ਕੋਈ ਪੰਛੀ ਨੇ ਕਿਸੇ ਪੰਛੀ ਨੂੰ ਰਾਹ ਚੋਂ ਘੇਰਿਆ ਹੋਵੇ ਵੀ ਠਹਿਰ, ਰੱਖ ਇੱਥੇ ਜੋ ਤੇਰੇ ਕੋਲ ਹੈ।
कहते बिरती केवल मनुख विच ही दिसदी है। बड़े प्यारे वचन भाई साहब भाई गुरदास जी वो कहते पशु ना मंगै पशु ना मंगै पशु ते पंखेरू घेर। कहते पशु तो मंगदा नहीं वेख्या कदे कदे किसी पंछी नूं घेर के ਉਹਦੀ ਪੁਰਪੜੀ ਤੇ ਰੱਖੀ ਹੋਵੇ ਰਿਵਾਲਵਰ ਕੱਢ ਇੱਥੇ ਜੋ ਤੇਰੇ ਕੋਲ ਹੈ ਕਹਿੰਦੇ ਅਸੀਂ ਨਹੀਂ ਵੇਖਿਆ। ਕਹਿੰਦੇ ਬਿਰਤੀ ਤਾਂ ਕੇਵਲ ਬੰਦਿਆਂ 'ਚ ਹੀ ਦਿਸਦੀ ਹੈ, ਮਨੁੱਖਾਂ 'ਚ ਹੀ ਦਿਸਦੀ ਹੈ। ਮਾਨਕ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਭਗਵਾਨ। ਬੰਦਿਆਂ ਕੋਲੋਂ ਕੀ ਮੰਗੀਏ ਕਹਿੰਦੇ ਉਹਨਾਂ ਕੋਲੋਂ ਮੰਗ ਕੇ ਤਾਂ ਕੇਵਲ ਸ਼ਰਮ ਲਾਜ ਹੀ ਆਉਣੀ। ਜਦੋਂ ਮਿਲਣਾ ਨਹੀਂ ਤੇ ਫਿਰ ਕਿਸੇ ਕੋਲੋਂ ਮੰਗੀ ਅੱਗੋਂ ਦੇਵੇ ਨਾ ਤੇ ਫਿਰ ਸ਼ਰਮ ਦੇ ਨਾਲ ਹੀ ਮਰਦਾ ਬੰਦਾ, ਲਾਜ ਨਾਲ ਹੀ ਮਰਦਾ। ਇੱਕ ਮੇਰਾ ਸੁਆਮੀ ਐਸਾ ਜਿਹਦੇ ਕੋਲੋਂ ਮੰਗੀਏ ਤੇ ਮੰਗ ਕੇ ਲਾਜ ਨਹੀਂ ਆਉਂਦੀ, ਸਗੋਂ ਮਾਣ ਨਾਲ ਮੰਗੀਦਾ। ਬਾਪੂ ਜੇ तेरे को नहीं मंगना तो कित्थे जावां, तेरा बच्चा हाँ, तेरे दर दा बच्चा, तेरा सेवक हाँ। जिहो जा भी हाँ भावें नकम्मा हाँ पर हाथ हाँ तेरा। बुरे भले हम थारे 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 बुरे भले हम थारे। जिहो जे भी हाँ महाराज तुहाडे हाँ। मानक को जाचत श्रम पाइए। ਬੰਦਿਆਂ ਕੋਲੋਂ ਮੰਗ ਕੇ ਕੇਵਲ ਸ਼ਰਮ ਹੀ ਮਿਲਣਾ, ਲਾਜ ਹੀ ਮਿਲਣੀ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਕੇਵਲ ਥਕੇਵਾਂ ਹੀ ਹਾਸਲ ਹੋਣਾ, ਮਿਲਣਾ ਹੋਰ ਕੁਝ ਨਹੀਂ। ਪ੍ਰਭ ਕੈ ਸਿਮਰਨ ਮੋਖ। ਪਰ ਮੇਰੇ ਉਸ ਪ੍ਰਭੂ ਦੇ ਸਿਮਰਨ ਵਿੱਚ, ਉਹਦਾ ਸਿਮਰਨ ਕੀਤਿਆਂ ਜਿੱਥੇ ਸੰਸਾਰ ਦੇ ਸਾਰੇ ਪਦਾਰਥ ਪ੍ਰਾਪਤ ਹੁੰਦੇ ਨੇ ਉੱਥੇ ਸੰਸਾਰ ਦੀ ਮਾਇਆ ਤੋਂ ਮੋਖ ਵੀ ਮੁਕਤੀ ਵੀ ਪ੍ਰਾਪਤ ਹੋ ਜਾਂਦੀ। ਦੋਵੇਂ ਚੀਜ਼ਾਂ ਆ ਗਈਆਂ, ਭੋਗ ਤੇ ਮੋਖ। ਸਤਿਗੁਰੂ ਜੀ ਭੋਗ ਮੋਖ ਦੋਨਾਂ ਦੇ ਦਾਤੇ ਨੇ, ਭੁਗਤੀ ਵੀ ਤੇ ਮੁਕਤੀ ਵੀ ਮੇਰੇ ਸਾਹਿਬ ਨੇ ਆਪਣੇ ਹੱਥ 'ਚ ਰੱਖੀ। ਜਿਹੜਾ ਉਹਦਾ ਸਿਮਰਨ ਕਰਦਾ ਦੋਵੇਂ ਉਹਨੂੰ ਪ੍ਰਾਪਤ ਹੋ ਜਾਂਦੀਆਂ, ਭੁਗਤੀ ਵੀ ਮਿਲ ਜਾਂਦੀ, ਮੁਕਤੀ ਵੀ ਮਿਲ ਜਾਂਦੀ। ਕਿਸੇ ਮਨੁੱਖ ਕੋਲੋਂ ਚਲੋ ਜੇ ਚਲੇ ਵੀ ਜਾਏ ਕੋਈ ਬੰਦਾ, ਕੀ ਮਿਲੇਗਾ? ਕੋਈ ਵਸਤੂ, ਕੋਈ ਪਦਾਰਥ ਦੇ ਦੇਗਾ, ਕੁਝ ਪੈਸੇ ਦੇ ਦੇਗਾ, ਇਸ ਤੋਂ ਵੱਧ ਹੋਰ ਤਾਂ ਨਹੀਂ ਕੁਝ ਦੇ ਸਕਦਾ। ਸੰਤੁਸ਼ਟੀ ਤਾਂ ਨਹੀਂ ਦੇ ਸਕਦਾ, ਸਬਰ ਤਾਂ ਨਹੀਂ ਦੇ ਸਕਦਾ, ਉਹ ਮੁਕਤੀ ਤਾਂ ਨਹੀਂ ਦੇ ਸਕਦਾ। ਜਹਾਂਗੀਰ ਬਾਦਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਨੂੰ ਕਹਿੰਦਾ, ਮਹਾਰਾਜ ਮੈਂ ਹਾਂ ਪਾਤਸ਼ਾਹ ਹਿੰਦੁਸਤਾਨ ਦਾ। ਹਿੰਦੁਸਤਾਨ ਦੇ ਤਖਤ ਦਾ ਮਾਲਕ ਪਾਤਸ਼ਾਹ। ਤੁਸੀਂ ਇੱਕ ਫਕੀਰ ਸਾਈਂ ਲੋਕ, मैं हैरान हुन्ना जदों तुहाडे सिख तुहानू सच्चा पातशाह कहते हैं। ऐसा क्यों? सतगुरु कहन लगे बादशाह सी किसी सिख नूं नहीं कहते तुसीं सानू सच्चा पातशाह कहो, वो उन्हां दी अपनी भावना अपनी मर्जी मुताबक कहते। बादशाह दे मन च ये सदे आगरे उतरे हुए ने एक बाग विच, नाल नाल ही डेरा, एक जगह ते बादशाह एक जगह ते सतगुरु जी। दोपहर का समा शिकार खेड के आए।
ਗੁਰੂ ਘਰ ਦੇ ਕਿਸੇ ਕਾਈਏ ਸਿੱਖ ਨੂੰ ਪਤਾ ਲੱਗਾ, ਕਸੇਰਾ ਸੀ, ਕਾਈਆ ਸੀ, ਘਾਹ ਦੀ ਪੰਡ ਵੇਚ ਕੇ ਆਇਆ। ਬਹੁਤ ਸਾਰੇ ਸ਼ਹਿਰਾਂ ਵਿੱਚ ਘਾਹ ਮੰਡੀਆਂ ਅੱਜ ਵੀ ਮੌਜੂਦ ਨੇ, ਭਾਵੇਂ ਕਿ ਉੱਥੇ ਅੱਜ ਕੱਲ੍ਹ ਘਾਹ ਨਹੀਂ ਵਿਕਦਾ, ਪਰ ਕਿਸੇ ਸਮੇਂ ਵਿਕਦਾ ਸੀ। ਉਦੋਂ ਉੱਥੋਂ ਨਾਂ ਪਿਆ ਹੋਇਆ ਘਾਸ ਮੰਡੀ। ਘਾਹ ਵੇਚ ਕੇ ਕੋਈ ਜਿੰਨੇ ਕੁ 2-4 ਪੈਸੇ 5 ਪੈਸੇ ਮਿਲੇ ਹੋਣਗੇ, ਉਹ ਲੈ ਕੇ ਚਲੇ, ਗੁਰੂ ਸਾਹਿਬ ਨੂੰ ਭੇਟਾ ਕਰਾਂਗਾ। ਪਹਿਲਾਂ ਕਦੇ ਦਰਸ਼ਨ ਨਹੀਂ ਸਨ ਕੀਤੇ ਸਤਿਗੁਰਾਂ ਦੇ, ਪਹਿਲੀ ਵਾਰ ਆਇਆ। ਉੱਥੇ ਖੜੇ ਸਿਪਾਹੀਆਂ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਕਿੱਥੇ ਨੇ, ਮੈਂ ਉਹਨਾਂ ਦੇ ਦਰਸ਼ਨ ਕਰਨੇ। ਜਹਾਂਗੀਰ ਦੇ ਸਿਪਾਹੀਆਂ ਨੇ ਸੋਚਿਆ ਵੀ ਸ਼ਾਇਦ ਬਾਦਸ਼ਾਹ ਬਾਰੇ ਪੁੱਛਦਾ, ਉਹਨਾਂ ਇਸ਼ਾਰਾ ਕੀਤਾ ਵੀ ਉਹ ਤੰਬੂ ਹੈ। ਦੇਵਨੇਤ ਵੈਸੇ ਬਾਦਸ਼ਾਹ ਕੋਲ ਕੌਣ ਜਾ ਸਕਦਾ ਸੀ? ਉਹਨਾਂ ਵੀ ਆਖਿਆ ਵੀ ਜਿਹੜਾ ਇੰਨੇ ਪਿਆਰ ਨਾਲ ਆਇਆ ਹੈ ਵੀ ਮੈਂ ਦਰਸ਼ਨ ਕਰਨੇ ਆ, ਵੀ ਜਾਣ ਦਿੰਦੇ ਆ ਬਾਦਸ਼ਾਹ ਨੂੰ। ਪੁੱਛਿਆ ਇਜਾਜ਼ਤ ਲੈ ਕੇ, ਬਾਦਸ਼ਾਹ ਕੋਲ ਜਾ ਕੇ 5 ਪੈਸੇ ਰੱਖੇ, ਜ਼ਮੀਨ ਤੇ ਮੱਥਾ ਟੇਕਿਆ, ਹੱਥ ਜੋੜ ਕੇ ਖਲੋ ਗਿਆ। ਬਾਦਸ਼ਾਹ ਹੈਰਾਨ, ਬੜੇ ਲੋਕ ਆਏ ਨੇ ਅੱਜ ਤਾਈਂ ਮੇਰੇ ਕੋਲ, ਸਲਾਮਾਂ ਤਾਂ ਕਰਦੇ ਨੇ ਚੁੱਕ ਚੁੱਕ ਕੇ, ਪਰ ਉਹਨਾਂ ਦੇ ਝੁਕਣ ਵਿੱਚ ਇਹੋ ਜਿਹਾ ਭਾਵ ਨਹੀਂ ਜੋ ਇਹਦੇ ਵਿੱਚ ਦਿਸ ਰਿਹਾ। ਹਾਂ ਬਈ ਦੱਸ ਕੀ ਚਾਹੀਦਾ? ਮਹਾਰਾਜ ਮੇਰਾ ਲੋਕ ਤੇ ਪਰਲੋਕ ਦੋਵੇਂ ਸਵਾਰ ਦਿਓ। ਬਾਦਸ਼ਾਹ ਹੈਰਾਨ ਵੀ ਪਰਲੋਕ ਵਾਸਤੇ ਤਾਂ ਮੈਂ ਆਪ ਬੇਨਤੀਆਂ ਕਰ ਰਿਹਾ। ਆਖਿਆ ਲੋਕ ਦੀ ਗੱਲ ਕਰ, ਵੀ ਜੇ ਕੋਈ ਥੋੜਾ ਬਹੁਤਾ ਰਾਜ ਭਾਗ ਚਾਹੀਦਾ ਜਾਂ ਕੋਈ ਪੈਸੇ ਚਾਹੀਦੇ ਨੇ ਉਹ ਮੈਂ ਦੇ ਸਕਦਾ, ਪਰ ਜੋ ਤੂੰ ਪਰਲੋਕ ਦੀ ਬਾਤ ਕਰ ਰਿਹਾ ਉਹ ਮੇਰੇ ਕੋਲ ਨਹੀਂ। ਸਿੱਖ ਨੇ ਆਖਿਆ ਤੁਸੀਂ ਕੌਣ ਹੋ? ਕਹਿੰਦਾ ਮੈਂ ਬਾਦਸ਼ਾਹ ਹਾਂ ਜਹਾਂਗੀਰ। ਇੱਕਦਮ ਚੱਕਰ ਧੋਇਆ ਸਿੱਖ, 5 ਪੈਸੇ ਅੱਗੋਂ ਚੁੱਕ ਲਏ ਬਿਨਾਂ ਪ੍ਰਵਾਹ ਤੋਂ, ਕਿ ਬਾਦਸ਼ਾਹ ਹੋਵੇਗਾ ਤੂੰ ਹੋਵੇਗਾ। ਬਾਦਸ਼ਾਹ ਵੀ ਹੈਰਾਨ, ਆਖਿਆ ਮੈਂ ਗਲਤ ਥਾਂ ਆ ਗਿਆ, ਭੁਲੇਖੇ ਨਾਲ 5 ਪੈਸੇ ਚੁੱਕੇ ਬਾਹਰ ਨਿਕਲਿਆ। ਮੈਂ ਸੱਚੇ ਪਾਤਸ਼ਾਹ ਕੋਲ ਜਾਣਾ। ਕਹਿੰਦੇ ਫਿਰ ਸੱਚੇ ਪਾਤਸ਼ਾਹ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ। ਬਾਦਸ਼ਾਹ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਵੀ ਸਿੱਖ ਗੁਰੂ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ। ਸਿੱਖ ਗਿਆ, 5 ਪੈਸੇ ਗੁਰੂ ਚਰਨਾਂ 'ਚ ਰੱਖੇ, ਨਮਸਕਾਰ ਕੀਤੀ ਤੇ ਗੁਰਦੇਵ ਨੇ ਇਹਦੇ ਬਿਨਾਂ ਮੰਗਿਆ ਹੀ ਬਚਨ ਕੀਤਾ, ਸਿੱਖਾ ਤੇਰਾ ਲੋਕ ਸੁਖੀ ਤੇ ਪਰਲੋਕ ਸੁਹੇਲਾ। ਸਤਿਗੁਰੂ ਜੀ ਭੋਗ ਤੇ ਮੋਖ ਦੋਨਾਂ ਦੇ ਦਾਤੇ ਨੇ, ਇਸੇ ਕਰਕੇ ਸੱਚੇ ਪਾਤਸ਼ਾਹ। ਤੇ ਐਸੇ ਸੱਚੇ ਪਾਤਸ਼ਾਹ ਦਾ ਜਦੋਂ ਸਿਮਰਨ ਕਰੀਏ, ਪੰਚਮ ਪਾਤਸ਼ਾਹ ਕਹਿੰਦੇ ਪ੍ਰਭੂ ਦੇ ਸਿਮਰਨ ਵਿੱਚੋਂ ਭੋਗ ਤੇ ਮੋਖ ਉਹ ਦੋਵੇਂ ਪ੍ਰਾਪਤ ਹੋ ਜਾਂਦੇ। ਹਾਂਜੀ ਰਹਾਉ ਭੁਖੇ ਮਨ ਜਨ ਸਿਮਰਤ ਪ੍ਰਾਨ, ਵੇਦ ਪੁਕਾਰ ਹੈ ਕੋਖ। ਬੜੇ ਬੜੇ ਮੁਨੀਆਂ ਨੇ, ਬੜੇ ਬੜੇ ਮੁਨੀ ਜਨਾਂ ਨੇ, ਰਿਸ਼ੀਆਂ ਨੇ ਸਿਮਰਤੀਆਂ ਨੂੰ ਘੋਖਿਆ, ਪੁਰਾਣਾਂ ਨੂੰ ਘੋਖਿਆ, ਵੇਦਾਂ ਨੂੰ ਘੋਖਣ ਦਾ ਮਤਲਬ ਹੁੰਦਾ ਵੀ ਵਿਚਾਰਨਾ, ਚੰਗੀ ਤਰ੍ਹਾਂ ਪੜਚੋਲ ਕਰਨੀ, ਚੰਗੀ ਤਰ੍ਹਾਂ ਪੜ੍ਹਨਾ। ਘੋਖੇ ਵੇਖੇ, ਵੇਖ ਕੇ ਉਹਨਾਂ ਨੇ ਪੁਕਾਰ ਪੁਕਾਰ ਕੇ ਕਿਹਾ, ਰਿਸ਼ੀਆਂ ਮੁਨੀਆਂ ਤਪਸਵੀਆਂ ਨੇ। ਜਦੋਂ ਉਹਨਾਂ ਨੇ ਵੇਦ ਘੋਖੇ, ਸਿਮਰਤੀਆਂ ਘੋਖੀਆਂ, ਪੜ੍ਹੀਆਂ, ਵੇਖੀਆਂ, ਵਿਚਾਰੀਆਂ,
ਤੇ ਫਿਰ ਉਸ ਵੇਲੇ ਉਹ ਮੁਨੀ ਜਨ ਰਿਸ਼ੀ ਮੁਨੀ ਤਪਸਵੀ ਪੁਕਾਰ ਪੁਕਾਰ ਕੇ ਲੋਕਾਂ ਨੂੰ ਬੋਲੇ, ਕਹਿਣ ਲੱਗੇ, ਕਿਰਪਾ ਸਿੰਧ ਸੇਵ ਸਚ ਪਾਈਐ, ਦੋਵੈ ਸੁਹੇਲੇ ਲੋਕ। ਸਭ ਨੇ ਕਿਹਾ ਤੇ ਪੰਜਵੇਂ ਪਾਤਸ਼ਾਹ ਕਹਿੰਦੇ, ਅਸੀਂ ਵੀ ਕਹਿੰਦੇ ਆ ਕਿ ਜਦੋਂ ਉਹ ਕਿਰਪਾ ਦਾ ਸਮੁੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੀਝਦਾ, ਜਦੋਂ ਉਹਦੀ ਸੇਵਾ ਕਰੀਏ, ਉਹਨੂੰ ਸੇਵੀਏ, ਯਾਨੀ ਕਿ ਉਹਨੂੰ ਸਿਮਰੀਏ, ਉਹਨੂੰ ਅਰਾਧੀਏ, ਉਹਦਾ ਚਿੰਤਨ ਕਰੀਏ ਤੇ ਸੱਚ ਦੀ ਪ੍ਰਾਪਤੀ ਹੁੰਦੀ ਹੈ। ਔਰ ਇੱਥੇ ਹੀ ਬਸ ਨਹੀਂ, ਉਹਦਾ ਸਿਮਰਨ ਕੀਤਿਆਂ ਦੋਵੇਂ ਸੁਹੇਲੇ ਲੋਕ, ਦੋਵੇਂ ਲੋਕ ਸੁਹੇਲੇ ਹੋ ਜਾਂਦੇ ਨੇ, ਸੁਖੀ ਹੋ ਜਾਂਦੇ ਨੇ। ਲੋਕ ਸੁਖੀਆ ਪਰ ਲੋਕ ਸੁਹੇਲੇ। ਜਹ ਜਾਈਐ ਤਹਾਂ ਸੁਹੇਲੇ, ਜਹ ਜਾਈਐ ਤਹਾਂ ਸੁਹੇਲੇ, ਜਾਈਐ ਤਹਾਂ ਸੁਹੇਲੇ, ਜਹ ਜਾਈਐ ਤਹਾਂ ਸੁਹੇਲੇ, ਜਹ ਜਾਈਐ ਤਹਾਂ ਸੁਹੇਲੇ, ਜਹ ਜਾਈਐ ਤਹਾਂ ਸੁਹੇਲੇ, ਜਾਈਐ ਤਹਾਂ ਸੁਹੇਲੇ, ਜਹ ਜਾਈਐ ਤਹਾਂ ਸੁਹੇਲੇ। ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਆਗੈ ਪਰਲੋਕ, ਪਾਛੈ ਇਹ ਲੋਕ, ਦੋਵੇਂ ਹੀ ਲੋਕ ਪਰਲੋਕ ਉਹਨਾਂ ਦੇ ਸੁਹੇਲੇ ਹੋ ਜਾਂਦੇ ਨੇ, ਸਫਲੇ ਹੋ ਜਾਂਦੇ ਨੇ, ਸਕਾਰਥੇ ਹੋ ਜਾਂਦੇ ਨੇ, ਜਿਹੜੇ ਉਸ ਕਿਰਪਾ ਸਿੰਧ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਹਨ, ਆਰਾਧਦੇ ਹਨ। ਆਨ ਅਚਾਰ ਵਿਵਹਾਰ ਹੈ ਜੇਤੇ, ਬਿਨ ਹਰ ਸਿਮਰਨ ਫੋਕ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਜਿੰਨੇ ਆਚਰਣ ਨੇ, ਜਿੰਨੇ ਕਰਮ ਕਾਂਡ ਨੇ ਸੰਸਾਰ ਦੇ, ਇਹ ਫਲਾਣਾ ਬੰਦਾ ਬੜਾ ਖਰਾ ਖੋਟਾ ਹੈ, ਬੜਾ ਸੱਚਾ ਸੁੱਚਾ ਹੈ, ਬੜਾ ਆਚਰਣ ਉਹਦਾ ਹੈ, ਉਹਦਾ ਇਹ ਜੀਵਨ ਦਾ ਨੇਮ ਹੈ, ਜੇ ਉਹ ਸਿਮਰਨ ਨਹੀਂ ਕਰਦਾ ਤਾਂ ਪਾਤਸ਼ਾਹ ਕਹਿੰਦੇ ਉਹਦਾ ਉਹ ਜਿੰਨਾ ਆਚਰਣ ਹੈ, ਜਿੰਨਾ ਆਚਾਰ ਹੈ, ਫੋਕਾ। ਫੁੱਲ ਤਾਂ ਹੈ, ਸੁਗੰਧੀ ਤੋਂ ਵਿਹੂਣਾ, ਖੁਸ਼ਬੂ ਨਹੀਂ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਸਭ ਫੋਕ ਹੈ। ਬਿਨ ਹਰ ਸਿਮਰਨ ਫੋਕ। ਆਪਾਂ ਕਹਿੰਦੇ ਫੋਕ ਰਹਿ ਗਿਆ, ਰਸ ਨਿਕਲ ਗਿਆ ਇਹਦੇ ਵਿੱਚੋਂ, ਜਿਵੇਂ ਗੰਨੇ ਦਾ ਰਸ ਨਿਕਲ ਜਾਏ ਤਾਂ ਫੋਕ, ਤਿਲਾਂ ਦੇ ਤੇਲ ਵਿੱਚੋਂ ਤੇਲ ਨਿਕਲ ਜਾਏ ਤਾਂ ਉਹ ਫੋਕ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਜਿੰਨੇ ਆਚਰਣ ਨੇ, ਹੋਰ ਜਿੰਨੇ ਵੀ ਆਚਰਣ ਨੇ ਜਾਂ ਹੋਰ ਜਿੰਨੇ ਵੀ ਵਿਵਹਾਰ ਨੇ, ਵਿਵਹਾਰ ਜਿਹੜੇ ਵਿਵਹਾਰ ਅਸੀਂ ਕਰਦੇ ਹਾਂ ਸੰਸਾਰ 'ਚ, ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਇਹ ਸਭ ਫੋਕ ਨੇ, ਕਿਉਂਕਿ ਪਰਮਾਰਥ ਦੇ ਰਸਤੇ ਦੇ ਉੱਤੇ ਇਹਨਾਂ ਦਾ ਕੋਈ ਲਾਭ ਨਹੀਂ ਹੋਣਾ। ਸੰਸਾਰਿਕ ਤੌਰ ਤੇ ਅਸੀਂ ਵਿਵਹਾਰ ਕਰਦੇ ਹਾਂ, ਉਹਦੇ ਵਿੱਚ ਸਾਨੂੰ ਲਾਭ ਵੀ ਹੁੰਦਾ, ਨੁਕਸਾਨ ਵੀ ਹੁੰਦਾ ਹੈ, ਤੇ ਉਹ ਵਿਵਹਾਰ ਸੰਸਾਰ ਵਿੱਚ ਅਸੀਂ ਕਰਨੇ ਹਨ, ਗ੍ਰਸਤੀ ਹਾਂ, ਹੁੰਦੇ ਵੀ ਨੇ। ਪਰ ਜੇ ਆਖੋ ਕਿ ਇਹ ਜਿਹੜੇ ਵਿਵਹਾਰ ਨੇ ਅੱਗੇ ਪਰਮਾਰਥ ਦੇ ਰਾਹ ਤੇ ਵੀ ਮੇਰੇ ਕੰਮ ਆਉਣਗੇ, ਨਹੀਂ, ਉੱਥੇ ਤਾਂ ਕੇਵਲ ਪਰਮੇਸ਼ਰ ਦਾ ਭਜਨ ਕੰਮ ਆਉਣਾ। ਜੇ ਸਿਮਰਨ ਸਹਿਤ ਤੁਸੀਂ ਸੰਸਾਰ ਦੀ ਕੋਈ ਕਿਰਤ ਕਰਦੇ ਹੋ ਤਾਂ ਉਹ ਕਿਰਤ ਧੰਦਾ ਨਹੀਂ ਰਹਿ ਜਾਂਦਾ, ਸਿਮਰਨ ਸਹਿਤ ਕੀਤੀ ਹੋਈ ਕਿਰਤ ਵੀ ਇਬਾਦਤ ਬਣ ਜਾਂਦੀ ਹੈ, ਬੰਦਗੀ ਬਣ ਜਾਂਦੀ ਹੈ। ਤੇ ਸਿਮਰਨ ਵੀ ਹੋਣੇ ਤੁਸੀਂ ਕਿਰਤ ਕਰੋ ਤੇ ਉਹ ਕਿਰਤ ਕੇਵਲ ਧੰਦਾ ਹੈ। ਉਹਨਾਂ ਧੰਦਿਆਂ ਨੂੰ ਪਿੱਟਦਿਆਂ ਜ਼ਿੰਦਗੀ ਲੰਘ ਜਾਂਦੀ ਹੈ, ਪਰਮਾਰਥ ਨਹੀਂ ਸਵਰਦਾ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹ ਦਿਸ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੀ। ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਸਭ ਫੋਕ। ਹਾਂਜੀ। ਨਾਨਕ ਜਨਮ ਮਰਨ ਭੈ ਕਾਟੇ,
ਮਿਲ ਸਾਧੂ ਬਿਨ ਸੇ ਸ਼ੋਕ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੇਰੇ ਮਾਲਕ ਨੇ ਮੇਰੇ ਤੇ ਤਰਸ ਕੀਤਾ, ਮੇਰੇ ਜਨਮ ਤੇ ਮਰਨ ਦਾ ਭੈ ਕੱਟ ਦਿੱਤਾ ਹੈ, ਡਰ ਕੱਟ ਦਿੱਤਾ ਹੈ। ਮਿਲ ਸਾਧੂ ਬਿਨ ਸੇ ਸ਼ੋਕ, ਸਾਧੂ ਜਨਾਂ ਨਾਲ ਮਿਲ ਕੇ ਮੇਰੇ ਜਿੰਨੇ ਸੋਗ ਨੇ ਉਹ ਸਾਰੇ ਬਿਨਸ ਗਏ। ਮੈਂ ਸਾਰਿਆਂ ਸੋਗਾਂ ਤੋਂ ਰਹਿਤ ਹੋ ਗਿਆ ਹਾਂ। ਤਨਾਸਰੀ ਮਹੱਲਾ ਪੰਜਵਾ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਤ੍ਰਿਸ਼ਨਾ ਬੁਝਦੀ ਹੈ ਕੇਵਲ ਹਰੀ ਦੇ ਨਾਮ ਦੁਆਰਾ। ਤ੍ਰਿਸ਼ਨਾ ਕੀ ਹੈ? ਜ਼ਰੂਰਤ ਤੋਂ ਵੱਧ ਦੀ ਇੱਛਾ ਰੱਖਣੀ, ਉਹਨੂੰ ਤ੍ਰਿਸ਼ਨਾ ਕਹਿੰਦੇ। ਜਿੰਨੀ ਲੋੜ ਹੈ ਉਹਦੇ ਤੋਂ ਵੱਧ ਦੀ ਕਾਂਖਾ ਦਾ ਨਾਮ ਤ੍ਰਿਸ਼ਨਾ। ਉਹ ਤ੍ਰਿਸ਼ਨਾ ਨਹੀਂ ਬੁਝਦੀ, ਬੁਝਦੀ ਹੈ ਇੱਕੋ ਇੱਕ ਤਰੀਕੇ ਨਾਲ ਜਦੋਂ ਉਹਦੇ ਤੇ ਹਰੀ ਦੇ ਨਾਮ ਦਾ ਤਰੋਂਕਾ ਪੈਂਦਾ ਹੈ। ਹਰੀ ਦੇ ਨਾਮ ਦਾ ਜਦੋਂ ਮੀਂਹ ਪਵੇ ਫਿਰ ਉਹ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਮਹਾ ਸੰਤੋਖ ਹੋਵੇ ਗੁਰ ਬਚਨੇ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜਿਹੜਾ ਸਿੱਖ ਹੈ ਨਾ ਗੁਰੂ ਦੇ ਬਚਨਾਂ ਨੂੰ ਸੁਣ ਕੇ ਸੰਤੁਸ਼ਟ ਹੋ ਜਾਂਦਾ, ਉਹਦੇ ਅੰਦਰ ਸਬਰ ਆ ਜਾਂਦਾ। ਸਤਿਗੁਰੂ ਜੀ ਕਹਿ ਦੇਣ ਨਾ ਸਿੱਖਾ ਹੋਵੇਗਾ ਇਹ ਕੰਮ, ਸਿੱਖ ਇਹ ਸਮਝ ਲੈਂਦਾ ਸੰਤੋਖ ਧਾਰ ਕੇ ਵੀ ਸਾਹਿਬ ਨੇ ਕਹਿ ਦਿੱਤਾ ਤਾਂ ਹੋਵੇਗਾ। ਗੁਰੂ ਦੇ ਬਚਨਾਂ ਨਾਲ ਸਿੱਖ ਦਾ ਹਿਰਦਾ ਸੰਤੋਖ ਸਹਿਤ ਹੋ ਜਾਂਦਾ, ਸਬਰ ਸਹਿਤ ਹੋ ਜਾਂਦਾ। ਔਰ ਪ੍ਰਭ ਸੋ ਰੱਬ ਦੇ ਨਾਲ, ਵਾਹਿਗੁਰੂ ਨਾਲ, ਪਰਮੇਸ਼ਰ ਨਾਲ ਉਸ ਸਿੱਖ ਦਾ ਧਿਆਨ ਜੁੜ ਜਾਂਦਾ ਹੈ। ਰਹਾਉ ਮਹਾ ਕਲੋਲ ਬੁਝੈ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ। ਜਿਨ੍ਹਾਂ ਤੇ ਮੇਰੇ ਦੀਨ ਦਿਆਲ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਤਰਸ ਕਰਦੇ ਨੇ, ਉਹਨਾਂ ਦੇ ਅੰਦਰ ਕਲੋਲ, ਕਲੋਲ ਦਾ ਮਤਲਬ ਹੁੰਦਾ ਤਰੰਗਾਂ, ਲਹਿਰਾਂ। ਪਾਣੀ 'ਚ ਲਹਿਰਾਂ ਉੱਠਦੀਆਂ, ਕਹਿੰਦੇ ਜਿਹੜੀਆਂ ਇਹ ਮਾਇਆ ਦੀਆਂ ਲਹਿਰਾਂ ਨੇ ਨਾ, ਉੱਠਦੀਆਂ ਨੇ, ਉਛਲਦੀਆਂ ਨੇ, ਜਿਨ੍ਹਾਂ ਵਿੱਚ ਜੀਵ ਦਾ ਮਨ ਡਿੱਗੋ ਡੋਲੇ ਖਾਂਦਾ ਹੈ, ਜਿਨ੍ਹਾਂ ਤੇ ਮੇਰੇ ਮਾਲਕ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ, ਉਹਨਾਂ ਦੇ ਅੰਦਰੋਂ ਇਹ ਮਾਇਆ ਦੀਆਂ ਤਰੰਗਾਂ ਸ਼ਾਂਤ ਹੋ ਗਈਆਂ। ਉਹਨਾਂ ਅੰਦਰ ਇਹ ਮਾਇਆ ਦੀਆਂ ਲਹਿਰਾਂ ਵਾਹਿਗੁਰੂ ਪਰਮੇਸ਼ਰ ਨਹੀਂ ਉੱਠਣ ਦਿੰਦਾ। ਆਪਣਾ ਨਾਮ ਦੇਹ ਜਪ ਜੀਵਾ, ਪੂਰਨ ਹੋਏ ਦਾਸ ਕੀ ਕਾਲ। ਮਹਾਰਾਜ ਜੀ ਕਿਰਪਾ ਕਰੋ, ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ੋ। ਤੁਹਾਡਾ ਅੰਮ੍ਰਿਤ ਨਾਮ ਜਪ ਜਪ ਕੇ ਅਸੀਂ ਜੀਵੀਏ ਤੇ ਸਾਡੀ ਘਾਲਣਾ ਪੂਰਨ ਪੈ ਜਾਵੇ। ਸਰਬ ਮਨੋਰਥ ਰਾਜ ਸੁਖ ਰਸ, ਸਦ ਖੁਸ਼ੀਆਂ ਕੀਰਤਨ ਜਪ ਨਾਮ। ਕਹਿੰਦੇ ਜਦੋਂ ਪਰਮੇਸ਼ਰ ਦਾ ਕੀਰਤਨ ਕਰੀਏ ਤੇ ਵਾਹਿਗੁਰੂ ਦਾ ਨਾਮ ਜਪੀਏ, ਉਹਦੇ ਤੋਂ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਸਾਰੇ ਰਾਜ ਸੁੱਖ ਉਸੇ ਵਿੱਚ ਹੀ ਨੇ ਸਿੱਖ ਲਈ ਜਿੱਥੇ ਹਰੀ ਦਾ ਕੀਰਤਨ ਹੁੰਦਾ, ਜਿੱਥੇ ਹਰੀ ਦਾ ਨਾਮ ਜਪਿਆ ਜਾਂਦਾ। ਤਦੇ ਭਗਤ ਜੀ ਵੀ ਕਹਿੰਦੇ ਰਾਜ ਲੀਲਾ ਤੇਰਾ ਨਾਮ ਬਨਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਕਹਿੰਦੇ ਮੇਰਾ ਵਾਸਤੇ ਤਾਂ ਰਾਜ ਲੀਲਾ ਬਣੀ ਹੋਈ ਆ ਵਾਹਿਗੁਰੂ, ਤੇਰਾ ਨਾਮ ਜਪਣਾ, ਤੇਰਾ ਨਾਮ ਧਿਆਉਣਾ, ਮੇਰੇ ਲਈ ਇਹੀ ਸਰਬ ਸੁੱਖ ਨੇ, ਇਹੀ ਮੇਰੇ ਲਈ ਸਰਬ ਰਾਜ ਹਨ। ਹਾਂਜੀ। ਜਿਸ ਕੈ ਕਰਮ ਲਿਖਿਆ ਧੁਰ ਕਰਤਾ, ਨਾਨਕ ਜਨ ਕੇ ਪੂਰਨ ਕਾਮ। ਕਹਿੰਦੇ ਭਾਈ ਜਿਸ ਤੇ ਮੇਰੇ ਵਾਹਿਗੁਰੂ ਨੇ ਤਰਸ ਕੀਤਾ, ਧੁਰ ਦਰਗਾਹ ਤੋਂ ਜਿਸ ਦੇ ਮੱਥੇ ਤੇ ਕਰਮ ਲਿਖੇ ਨੇ, ਨਾਨਕ ਜਨ ਕੇ ਪੂਰਨ ਕਾਮ। ਉਹਨਾਂ ਜਨਾਂ ਦੇ ਪਾਤਸ਼ਾਹ ਕਹਿੰਦੇ ਸਾਰੇ ਕੰਮ ਪੂਰਨ ਹੋ ਜਾਂਦੇ ਨੇ, ਸਫਲੇ ਹੋ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਇਹ ਗਾਵਿਆ ਸੁਣਿਆ ਮਹਾਰਾਜ ਜੀ ਦੇ ਚਰਨਾਂ 'ਚ ਪ੍ਰਵਾਨ ਹੋਵੇ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ